क्वेश्चन नंबर 7 एक्सरसाइज 10.1 ਇਹਦੇ ਵਿੱਚ ਸਾਨੂੰ ਇੱਕ ਪਾਈ ਚਾਰਟ ਦਿੱਤਾ ਗਿਆ ਹੈ ਤੇ ਇਸ ਪਾਈ ਚਾਰਟ ਨੂੰ ਵੇਖ ਕੇ ਅਸੀਂ ਜੋ ਹੈ ਕੁਝ ਕੁਐਸਚਨਸ ਦੇ ਆਨਸਰਸ ਜੋ ਹੈ ਦੇਣੇ ਹੈ। ਤਾਂ ਪਹਿਲਾ ਸਟੇਟਮੈਂਟ ਜੋ ਹੈ ਉਸ ਨੂੰ ਸਮਝ ਲੈਣੇ ਹਾਂ ਵੀ ਸਟੇਟਮੈਂਟ ਦੇ ਵਿੱਚ ਸਾਨੂੰ ਕੀ ਕਿਹਾ ਹੈ। The above pie chart is divided into 8 equal parts। ਜਿਹੜਾ ਇਹ ਗੋਲਾ ਤੁਸੀਂ ਵੇਖ ਸਕਦੇ ਹੋ ਇसी ਨੂੰ ਜੋ ਹੈ ਪਾਈ ਚਾਰਟ ਕਿਹਾ ਜਾਂਦਾ ਹੈ। ਇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਵੀ 8 ਜੋ ਹੈ ਇਕੁਅਲ ਪਾਰਟਸ ਹੈ, ਯਾਨੀ ਕਿ ਇਸ ਗੋਲੇ ਨੂੰ 8 ਬਰਾਬਰ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਤੇ ਇਹਨਾਂ ਭਾਗਾਂ ਨੂੰ ਜੋ ਹੈ ਇਹਨਾਂ ਪਾਰਟਸ ਨੂੰ ਕਲਰ ਕੀਤਾ ਗਿਆ ਹੈ। ਜੋ 3 ਪਾਰਟਸ ਹੈ ਉਹਨਾਂ ਦੇ ਉੱਪਰ ਰੈੱਡ ਕਲਰ ਕੀਤਾ ਗਿਆ ਹੈ ਤੇ ਇੱਕ ਐਰੋ ਦਾ ਨਿਸ਼ਾਨ ਹੈ। ਜਿਹੜਾ ਇਹ ਰੈੱਡ ਵਾਲਾ ਜੋ ਹਿੱਸਾ ਹੈ ਇਹ ₹5 ਦੇ ਕੋਇਨਸ ਦਾ ਹੈ, ਸਿੱਕਿਆਂ ਦਾ ਹੈ। ਹਾਂਜੀ, ਇਸ ਤੋਂ ਬਾਅਦ ਜਿਹੜੇ ਅਗਲੇ ਜੋ 2 ਪਾਰਟਸ ਨੇ ਯਾਨੀ ਕਿ 2 ਪਾਰਟਸ ਨੇ ਉਹ ਜੋ ਹੈ ₹2 ਦੇ ਨੇ, ਯਾਨੀ ਕਿ ₹2 ਵਾਲੇ ਕੋਇਨਸ ਦੇ ਨੇ। ਇੱਕ ਜੋ ਪਾਰਟ ਹੈ ਯਾਨੀ ਕਿ 1 ਜੋ ਪਾਰਟ ਹੈ ਉਹ ਜੋ ਹੈ ਯੈਲੋ ਕਲਰ ਦਾ ਹੈ ਤੇ ਉਸ ਦੇ ਵਿੱਚ ਕੋਇਨਸ ਆਫ ₹10 ਹੈ, ਯਾਨੀ ਕਿ ₹10 ਦੇ ਸਿੱਕੇ ਨੇ। ਤੇ 2 ਜੋ ਹੈ ਉਹ ਮਤਲਬ ਪਾਰਟਸ ਗ੍ਰੀਨ ਕਲਰ ਦੇ ਨੇ, ਇਹਨਾਂ ਦੇ ਵਿੱਚ ₹1 ਦੇ ਜੋ ਹੈ ਕੋਇਨਸ ਨੇ। ਇਹਨਾਂ ਨੇ ਸਟੇਟਮੈਂਟ ਦੇ ਵਿੱਚ ਇਹ ਕਿਹਾ ਹੈ ਦ ਅਬਵ ਪਾਈ ਚਾਰਟ ਇਜ਼ ਡਿਵਾਈਡਡ ਇਨਟੂ 8 ਇਕੁਅਲ ਪਾਰਟਸ। ਜੋ ਇਹ ਪਾਈ ਚਾਰਟ ਹੈ ਇਸ ਨੂੰ 8 ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਇਟ ਰਿਪਰੈਜ਼ੈਂਟਸ ਦ ਡਿਫਰੈਂਟ ਨੰਬਰ ਆਫ ਕੋਇਨਸ ਇਨ ਅਜੇਸ ਪਿਗੀ ਬੈਂਕ। ਇੱਕ ਅਜੇ ਨਾਂ ਦਾ ਇੱਕ ਜੋ ਹੈ ਪਰਸਨ ਹੈ ਤੇ ਉਸ ਕੋਲ ਜੋ ਹੈ ਇੱਕ ਪਿਗੀ ਬੈਂਕ ਹੈ। ਪਿਗੀ ਬੈਂਕ ਤੋਂ ਭਾਵ ਕੀ ਹੈ ਕਿ ਜਿਸ ਦੇ ਵਿੱਚ ਕੋਈ ਬੱਚਾ ਜੋ ਹੈ ਆਪਣੇ ਵਾਸਤੇ ਪੈਸੇ ਜੋ ਹੈ ਕਲੈਕਟ ਕਰਕੇ ਯਾਨੀ ਕਿ ਸੇਵ ਕਰਕੇ ਰੱਖਦਾ ਹੈ। ਇੱਦਾਂ ਦਾ ਅਸੀਂ ਜੋ ਹੈ ਪਿਗੀ ਬੈਂਕ ਨੂੰ ਸਮਝ ਸਕਦੇ ਹਾਂ ਵੀ ਆਪਣੇ ਵਾਸਤੇ ਜੋ ਹੈ ਕੁਝ ਮਨੀ ਜਾਂ ਪੈਸੇ ਜੋ ਹੈ ਸੇਵ ਕਰਕੇ ਜੋ ਹੈ ਰੱਖਣੇ। ਹਾਂਜੀ, ਇਟ ਰਿਪਰੈਜ਼ੈਂਟਸ ਦਾ ਡਿਫਰੈਂਟ ਨੰਬਰ ਆਫ ਕੋਇਨਸ ਇਨ ਅਜੇਸ ਪਿਗੀ ਬੈਂਕ। ਤਾਂ ਇਹ ਜੋ ਪਾਈ ਚਾਰਟ ਹੈ ਇਹ ਅਜੇ ਦੇ ਪਿਗੀ ਬੈਂਕ ਦੇ ਵਿੱਚ ਜੋ ਨੰਬਰ ਆਫ ਕੋਇਨਸ ਨੇ ਉਹਨਾਂ ਨੂੰ ਜੋ ਹੈ ਰਿਪਰੈਜ਼ੈਂਟ ਕਰ ਰਿਹਾ ਹੈ ਇਹ ਪਾਈ ਚਾਰਟ। ਦੈਨ ਆਨਸਰ ਦਾ ਫੋਲੋਇੰਗ। ਸਾਨੂੰ ਜੋ ਹੈ ਨੀਚੇ ਕੁਝ 5 ਕੁਐਸਚਨਸ ਦਿੱਤੇ ਗਏ ਨੇ। ਆਨਸਰ ਦਾ ਫੋਲੋਇੰਗ ਦਾ ਮੀਨਿੰਗ ਇਹ ਹੈ ਵੀ ਸਾਨੂੰ ਇਹਨਾਂ 5 ਕੁਐਸਚਨਸ ਦੇ ਆਨਸਰਸ ਦੇਣੇ ਨੇ। ਹਾਂਜੀ, ਇਫ ਦਾ ਨੰਬਰ ਆਫ ਟੋਟਲ ਕੋਇਨਸ ਇਜ਼ 80। ਇਹ ਜੋ ਹੈ ਕਾਫੀ ਇੰਪੋਰਟੈਂਟ ਲਾਈਨ ਹੈ ਵੀ ਜੋ ਕੁੱਲ ਮਿਲਾ ਕੇ ਜੋ ਸਿੱਕੇ ਹੈ ਇਸ ਪਿਗੀ ਬੈਂਕ ਦੇ ਅੰਦਰ, ਅਜੇ ਦੇ ਪਿਗੀ ਬੈਂਕ ਦੇ ਅੰਦਰ ਜਾਂ ਫਿਰ ਇਸ ਪਾਈ ਚਾਰਟ ਦੇ ਵਿੱਚ ਜੋ ਕੁੱਲ ਜੋ ਸਿੱਕੇ ਹੈ ਜੋ ਟੋਟਲ ਜੋ ਕੋਇਨਸ ਹੈ ਉਹ ਜੋ ਹੈ 80 ਹੈ, 80 ਹੈ। ਤਾਂ ਇਸ ਦਾ ਅਸੀਂ ਯੂਜ਼ ਕਰਾਂਗੇ ਆਨਸਰਸ ਨੂੰ ਫਾਈਂਡ ਆਊਟ ਕਰਨ ਵਾਸਤੇ। ਪਹਿਲਾ ਜੋ ਕੁਐਸਚਨ ਹੈ ਉਹ ਇਹ ਹੈ ਹਾਊ ਮੈਨੀ ਕੋਇਨਸ ਆਫ ₹5 ਆਰ ਦੇਅਰ। ਬ੍ਰੈਕਟ ਦੇ ਵਿੱਚ ਇਹਨਾਂ ਨੇ ਇਹ ਮੈਂਸ਼ਨ ਕਰਤਾ ਹੈ ਸਾਨੂੰ ਆਨਸਰ ਫ੍ਰੈਕਸ਼ਨ ਦੇ ਵਿੱਚ ਦੇਣਾ ਹੈ। ਫ੍ਰੈਕਸ਼ਨ ਤੋਂ ਭਾਵ ਕੀ ਹੈ? ਫ੍ਰੈਕਸ਼ਨ ਦਾ ਮੀਨਿੰਗ ਹੁੰਦਾ ਹੈ ਵੀ ਅਸੀਂ ਆਨਸਰ ਨਿਊਮਰੇਟਰ ਅਪੋਨ ਡਿਨੋਮੀਨੇਟਰ ਵਾਲੀ ਫਾਰਮ ਦੇ ਵਿੱਚ ਦੇਣਾ ਹੈ। ਫ੍ਰੈਕਸ਼ਨ ਦੇ ਵਿੱਚ ਕੀ ਹੁੰਦਾ ਹੈ, ਜਿਹੜੇ ਪੰਜਾਬੀ ਮੀਡੀਅਮ ਵਾਲੇ ਬੱਚੇ ਹੈ ਉਹ ਜੋ ਹੈ ਨਿਊਮਰੇਟਰ ਨੂੰ ਅੰਸ਼ ਕਹਿੰਦੇ ਹੈ ਤੇ ਡਿਨੋਮੀਨੇਟਰ ਨੂੰ ਜੋ ਹੈ ਉਹ ਹਰ ਕਹਿੰਦੇ ਹੈ। ਤਾਂ ਅਸੀਂ ਆਪਣਾ ਆਨਸਰ ਅੰਸ਼ ਬਟੇ ਹਰ ਦੇ ਵਿੱਚ ਦੇਣਾ ਹੈ। ਹਾਂਜੀ, ਇਹਨਾਂ ਨੇ ਸਾਨੂੰ ਕਿਹਾ ਹੈ ₹5 ਦੇ ਕੋਇਨਸ ਨੂੰ ਸਾਨੂੰ ਜੋ ਹੈ ਦੱਸਣਾ ਹੈ ਤੇ ਇਨ ਫ੍ਰੈਕਸ਼ਨ ਆਨਸਰ ਦੇਣਾ ਹੈ। ਤਾਂ ਦੇਖਦੇ ਹਾਂ ਜੀ ਇਸ ਪਾਈ ਚਾਰਟ ਤੋਂ ਸਾਨੂੰ ₹5 ਦੇ ਬਾਰੇ ਕੀ ਕੁਝ ਪਤਾ ਚੱਲ ਰਿਹਾ ਹੈ। ਹਾਂਜੀ, ਜੋ ਪਹਿਲੀ ਲਾਈਨ ਹੈ ਨਾ ਸਟੇਟਮੈਂਟ ਦੀ, ਜ਼ਰਾ ਇਸ ਨੂੰ ਇੱਕ ਵਾਰੀ ਜ਼ਰਾ ਮੈਂ ਰਿਪੀਟ ਕਰਾਂਗਾ, ਧਿਆਨ ਨਾਲ ਜੋ ਹੈ ਤੁਸੀਂ ਵੀ ਪੜ੍ਹਨਾ। ਦ ਅਬਵ ਪਾਈ ਚਾਰਟ ਇਜ਼ ਡਿਵਾਈਡਡ ਇਨਟੂ 8 ਇਕੁਅਲ ਪਾਰਟਸ। ਵੀ ਇਸ ਗੋਲੇ ਨੂੰ ਜਾਂ ਇਸ ਪਾਈ ਚਾਰਟ ਨੂੰ ਜੋ ਹੈ 8 ਬਰਾਬਰ ਹਿੱਸਿਆਂ ਦੇ ਵਿੱਚ 8 ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਇਟ ਮੀਨਸ ਕਿ ਇਸ ਗੋਲੇ ਦੇ ਵਿੱਚ ਜੋ ਟੋਟਲ ਜੋ ਪਾਰਟਸ ਹੈ ਯਾਨੀ ਕਿ ਜੋ ਕੁੱਲ ਭਾਗ ਹੈ ਜਿਸ ਦੇ ਵਿੱਚ ਇਸ ਗੋਲੇ ਨੂੰ ਵੰਡਿਆ ਗਿਆ ਹੈ ਉਹ 8 ਹੈ, ਉਹ 8 ਹੈ। ਮੇਰੇ ਖਿਆਲ ਤੋਂ ਇਹ ਚੀਜ਼ ਕਲੀਅਰ ਹੋ ਗਈ ਹੋਣੀ ਹੈ। ਹੁਣ ਅਸੀਂ ਸਿਰਫ ₹5 ਵਾਲੇ ਜੋ ਕੋਇਨਸ ਹੈ ਜੋ ਪਾਰਟਸ ਹੈ ਉਹਨਾਂ ਦੀ ਗੱਲ ਕਰਨੀ ਹੈ ਕਿਉਂਕਿ ਸਾਨੂੰ ਸਿਰਫ ₹5 ਦੇ ਜੋ ਨੰਬਰ ਆਫ ਕੋਇਨਸ ਹੈ ਉਹਦੀ ਫ੍ਰੈਕਸ਼ਨ ਦੱਸਣੀ ਹੈ। ਇਹਨਾਂ ਨੇ ਸਾਨੂੰ ਕਿਹਾ ਹੈ ਨਾ ਹਾਊ ਮੈਨੀ ਕੋਇਨਸ ਆਫ ₹5 ਆਰ ਦੇਅਰ। ਵੀ ਇਸ ਪਾਈ ਚਾਰਟ ਦੇ ਅੰਦਰ ਜਾਂ ਅਜੇ ਦੇ ਪਿਗੀ ਬੈਂਕ ਦੇ ਵਿੱਚ ਕਿੰਨੇ ਜੋ ਹੈ ₹5 ਦੇ ਸਿੱਕੇ ਹੈ ਤੇ ਸਾਨੂੰ ਆਪਣਾ ਆਨਸਰ ਫ੍ਰੈਕਸ਼ਨ ਦੇ ਵਿੱਚ ਦੇਣਾ ਹੈ। ਹਾਂਜੀ, ਇਹ ਅਸੀਂ ਵੇਖ ਸਕਦੇ ਹਾਂ ਕਿ ਜੋ ₹5 ਹੈ ਉਸਦੇ ਜੋ ਹੈ ਰੈੱਡ ਕਲਰ ਵਾਲੇ जो है 3 इक्वल पार्ट्स हैं, यानी कि 3 जो हिस्से हैं
इस गोले ਦੇ ਵਿੱਚ जो 8 ਹਿੱਸੇ ਕੀਤੇ ਗਏ हैं ਉਹਨਾਂ ਦੇ ਵਿੱਚੋਂ 3 ਹਿੱਸੇ ਜੋ ਹੈ ਉਹ ₹5 ਵਾਲੇ ਕੋਇਨਸ ਦੇ 5 ਰੁਪਏ ਵਾਲੇ ਸਿੱਕਿਆਂ ਦੇ ਹੈ ਤਾਂ ਅਸੀਂ ਆਪਣਾ ਆਨਸਰ ਫ੍ਰੈਕਸ਼ਨ ਦੇ ਵਿੱਚ ਦੇਣਾ ਸੀ ਤਾਂ ਫ੍ਰੈਕਸ਼ਨ ਦੇ ਵਿੱਚ देखो ₹5 वाले जो कोइंस है उन्होंने जो है रेड वाले 3 जो है पार्ट्स हैं यानी कि 3 जो हिस्से हैं और ₹5 वाले कोइंस दे हैं इन्हां 8 हिस्सों के विचों जो कि पाई चार्ट के विच कुल 8 जो पार्ट्स है ठीक है तो असी आंसर देना है फ्रैक्शन के विच नीचे तुसी वेख सकते हो मैं आंसर लिखा है हाउ मैनी कोइंस ऑफ ₹5 आर देयर आंसर है 3/8 हुणे 3/8 किद्दां आया है जो ये 3 है वो जो है पाई चार्ट ਦੇ ਵਿੱਚ जो 5 रुपए वाले सिक्के हैं ਉਹਨਾਂ ਦੇ 3 पार्ट्स हैं रेड कलर वाले ਤਾਂ ਅਸੀਂ जो 3 लिखा है न्यूमरेटर ਦੇ ਵਿੱਚ ਇਹ ਉੱਥੋਂ ਦੀ ਆਇਆ है ਤੇ नीचे जो 8 है ये जो है टोटल नंबर ऑफ पार्ट्स जो कुल जो हिस्से हैं उस पाई चार्ट ਦੇ ਵਿੱਚ ਇਹ 8 ਉਸ ਨੂੰ जो है दर्शा रहा है रिप्रेजेंट कर रहा है ਤਾਂ बस इदा समझ लो कि अगर असी ₹5 ਦੇ ਕੋਇਨਸ जो है दसने हैं फ्रैक्शन ਦੇ ਵਿੱਚ ਤਾਂ न्यूमरेटर ਦੇ ਵਿੱਚ ਅਸੀਂ जो है ਉਹ ਨੰਬਰ ਲਿਖਾਂਗੇ ਜੋ ਕਿ ਪਾਈ ਚਾਰਟ ਦੇ ਵਿੱਚ ₹5 ਦੇ पार्ट्स ਨੂੰ रिप्रेजेंट कर रहा है ₹5 वाले जो कोइंस हैं उन्होंने 3 जो पार्ट्स हैं रेड कलर वाले वो जो है पाई चार्ट ਦੇ ਵਿੱਚ रिप्रेजेंट कर रहे हैं तो इस करके ਅਸੀਂ 3 ਨੂੰ जो है न्यूमरेटर ਦੇ ਵਿੱਚ ਰੱਖਿਆ है तो अपॉन ਦੇ ਵਿੱਚ ਅਸੀਂ डिनोमिनेटर ਦੇ ਵਿੱਚ 8 ਰੱਖਿਆ है 8 जो है वो टोटल नंबर ऑफ पार्ट्स हैं उस पाई चार्ट ਦੇ ਵਿੱਚ आई होप कि ਤੁਹਾਨੂੰ समझ आ गया होना है ए सी इन फ्रैक्शन फ्रैक्शन मीनस कि ਅਸੀਂ न्यूमरेटर अपॉन डिनोमिनेटर फॉर्म ਦੇ ਵਿੱਚ आंसर देना सी ਤਾਂ ਇਹ आंसर है सेकंड है हाउ मैनी कोइंस ऑफ ₹2 आर देयर ਹੁਣ ਇਹਨਾਂ ਨੇ ਕਿਹਾ है हाउ मैनी कोइंस और इन्होंने सानू जो है ब्रैकेट ਦੇ ਵਿੱਚ इन फ्रैक्शन लिख के नहीं दिता इट मीनस कि सानू फ्रैक्शन ਦੇ ਵਿੱਚ आंसर देने ਦੀ जो है ਹੁਣ कोई ਜ਼ਰੂਰਤ नहीं है ਹੁਣ ਅਸੀਂ ਆਪਣਾ ਆਨਸਰ ਨੰਬਰ ਦੇ ਵਿੱਚ ਦੇ ਸਕਦੇ ਹਾਂ ਤੇ ਇਹ ਆਨਸਰ ਅਸੀਂ ਕਿੱਦਾਂ ਦੇਣਾ ਹੈ ਇਸ ਨੂੰ ਮੈਂ ਸਮਝਾ ਦੇਣਾ ਹਾਊ ਮੈਨੀ ਕੋਇਨਸ ਆਫ ₹2 ਆਰ देयर ਹਾਂਜੀ ਹੁਣ ਇਸ ਪਾਈ ਚਾਰਟ ਨੂੰ ਜ਼ਰਾ ਧਿਆਨ ਨਾਲ ਵੇਖੋ ਇਸ ਦੇ ਵਿੱਚ ₹2 वाले जो कोइंस हैं ₹2 वाले जो सिक्के हैं उन्होंने ये जो ब्लू कलर है जो नीला रंग है इस दे नाल विखाया गया है तो नीले रंग वाले ब्लू कलर वाले किन्ने जो है पार्ट्स हैं 2 पार्ट्स हैं 2 पार्ट्स हैं तुसी वेख सकते हो ब्लू कलर वाले जो है ब्लू कलर वाले जो है 2 पार्ट्स हैं 2 जो हैं हिस्से हैं इन्हां 8 हिस्सों के विचों जो 8 जो टोटल जो पार्ट्स हैं इस पाई चार्ट दे उहदे विचों 2 नीले रंग दे जो पार्ट्स हैं वो ₹2 वाले ₹2 वाले सिक्कियां दे हैं तो हुण असी आंसर देवांगे देखो आंसर दे विच की है मैं न्यूमरेटर दे विच जो है लिखा है 2 A2 केड़ा है ये वाला जो 2 है ये केड़ा है ये वो 2 जो है नीले हिस्से ने उस पाई चार्ट दे जो कि ₹2 वाले सिक्कियां वास्ते मतलब जो है दर्शाए गए सन तो नीचे जो 8 है वो जो है उस पाई चार्ट दे टोटल जो है पार्ट्स हैं यानी कि टोटल हिस्से हैं तो मल्टीप्लीकेशन दे विच हुण असी 80 कर रहे हाँ यानी कि 80 कर रहे हाँ 80 क्यों कर रहे हाँ मतलब ये जो 80 है ये कित्थों आया ये जो है तुसी वेख सकते हो स्टेटमेंट दे विच लिख के दिता होया सी इफ द नंबर ऑफ टोटल कोइंस इज 80 सानू जो है जो अजय दा पिग्गी बैंक है उस दे विच ये सानू दस रखा है भी अजय दे पिग्गी बैंक दे विच जो कुल सिक्के हैं जो टोटल जो कोइंस है वो 80 है तो असी कोइंस निकालने हैं तो असी 80 दे नाल मल्टीप्लाई करांगे हाँ जी 2/8 मल्टीप्लीकेशन 80 तो देखो इत्थे कोइंस की गल हो रही सी तां करके असी 80 दे नाल मल्टीप्लाई किया है क्योंकि असी कोइंस निकालने हैं 80 सिक्कियां दे विचों असी ये पता करना है भी ₹2 वाले सिक्के किन्ने हैं हाँ जी 80 ਨੂੰ 8 ਨਾਲ डिवाइड करांगे तो 8 जो है 80 ਨੂੰ 10 ਦੇ ਉੱਪਰ यानी कि 10 ਦੇ ਉੱਪਰ डिवाइड कर देगा 8 10s ਦਾ 80 ਹੁੰਦਾ है तो 10 ਨੂੰ 2 ਨਾਲ मल्टीप्लाई करांगे तो सानू आंसर मिलेगा 20 तो साडा आंसर आया है भी ₹2 वाले जो सिक्के हैं अजय दे पिग्गी बैंक दे विच वो 20 सिक्के हैं कुल सिक्के 80 हैं
ਉਹਨਾਂ ਦੇ ਵਿੱਚੋਂ 2 ਰੁਪਏ ਵਾਲੇ 20 ਸਿੱਕੇ हैं, ਤਾਂ ਇਹ ਸਾਡਾ ਆंसर है। 2 रुपीज़ वाले जो कॉइन्स आए हैं वो जो है 20 हैं। ਨੈਕਸਟ ਕੁਐਸਚਨ ਇਹ ਹੈ, ਟੈਲ ਦਾ ਨੰਬਰ ਆਫ ਕੋਇਨਸ ਆਫ ₹5। ਹੁਣ ਸਾਨੂੰ ਜਿਵੇਂ ਅਸੀਂ 2 ਰੁਪੀਜ਼ ਵਾਲੇ ਕੋਇਨਸ ਜੋ ਹੈ ਕੱਢੇ ਸੀ, ਠੀਕ ਹੈ, ਹੁਣ ਸਾਨੂੰ 5 ਰੁਪੀਜ਼ ਵਾਲੇ ਜੋ ਹੈ ਕੋਇਨਸ ਦਾ ਨੰਬਰ ਦੱਸਣਾ ਹੈ। ਜੋ ਮੈਥਡ ਅਸੀਂ 2 ਰੁਪੀਜ਼ ਵਾਸਤੇ ਅਪਲਾਈ ਕੀਤਾ ਉਹੀ ਅਸੀਂ ਕਰਾਂਗੇ 5 ਰੁਪੀਜ਼ ਦੇ ਕੋਇਨਸ ਵਾਸਤੇ। ਬਸ ਇਹ ਹੈ ਕਿ ਅਸੀਂ 5 ਰੁਪੀਜ਼ ਦੇ ਕੋਇਨਸ ਵਾਸਤੇ ਸਾਨੂੰ ਚੈੱਕ ਕਰਨਾ ਪਏਗਾ ਵੀ ਪਾਈ ਚਾਰਟ ਦੇ ਵਿੱਚ 5 ਰੁਪੀਜ਼ ਵਾਲੇ ਕੋਇਨਸ ਦਾ ਕਿੰਨਾ ਜੋ ਹੈ ਕਿੰਨੇ ਪਾਰਟਸ ਹੈ, ਠੀਕ ਹੈ, ਕਿੰਨੇ ਹਿੱਸੇ ਹੈ। ਹਾਂਜੀ, ਇੱਥੇ ਅਸੀਂ ਵੇਖ ਸਕਦੇ ਹਾਂ ਵੀ ਇਸ ਪਾਈ ਚਾਰਟ ਦੇ ਵਿੱਚ ਜੋ ਕੁੱਲ ਜੋ ਹਿੱਸੇ ਹੈ ਉਹ 8 ਹੈ, यानी कि 8 ਹੈ, ਤੇ ਉਹਨਾਂ ਦੇ ਵਿੱਚੋਂ 3 ਹਿੱਸੇ 3 जो पार्ट्स हैं रेड कलर वाले, लाल रंग वाले जो 3 हिस्से हैं वो 5 रुपीज़ वाले कोइंस दे हैं। हाँ जी, ये देख लो हुण आंसर नू। हाँ जी, इस दे विच मैं लिखा है 3/8 मल्टीप्लीकेशन 80। ये जो न्यूमरेटर ਦੇ ਵਿੱਚ 3 ਹੈ ਇਹ ਕਿੱਥੋਂ ਦੀ ਆਇਆ ਹੈ, ਜਿਹੜਾ ਉਸ ਪਾਈ ਚਾर्ट ਦੇ ਵਿੱਚ 5 रुपीज़ वाले कोइंस ਦਾ जो हिस्सा है, यानी कि जो 3 रेड पार्ट्स हैं, 3 जो हिस्से हैं लाल रंग वाले, ये 3 उस तो आया है, ठीक है। तो डिनोमीनेटर ਦੇ ਵਿੱਚ 8 है, 8 ਤੁਹਾਨੂੰ ਪਤਾ ਹੈ ਵੀ ਜੋ ਕੁੱਲ ਹਿੱਸੇ हैं उस पाई चार्ट ਦੇ ਉਹ 8 है। मल्टीप्लीकेशन ਦੇ ਵਿੱਚ 80 की है टोटल नंबर ऑफ कोइंस है, जो कुल जो सिक्के हैं वो 80 हैं। हाँ जी, 80 ਨੂੰ 8 ਨਾਲ डिवाइड करांगे ਸਾਨੂੰ मिलेगा 10, ਤੇ 10 ਨੂੰ यानी कि 10 ਨੂੰ 3 ਨਾਲ ਮਲਟੀਪਲਾਈ ਕਰਾਂਗੇ ਸਾਨੂੰ ਮਿਲੇਗਾ 30। ਇਟ ਮੀਨਸ ਕਿ ਅਜੇ ਦੇ ਪਿੱਗੀ ਬੈਂਕ ਦੇ ਵਿੱਚ ₹5 ਦੇ ਜੋ ਕੋਇਨਸ हैं ਉਹਨਾਂ ਦਾ ਨੰਬਰ है 30, यानी कि 30 जो हैं सिक्के हैं ₹5 वाले। नेक्स्ट जो फोर्थ क्वेश्चन है या फोर्थ जो इसी क्वेश्चन का क्वेश्चन नंबर 7 का जो पार्ट है वो ये है, वट इज़ द अमाउंट ऑफ कोइंस ऑफ ₹10। हुण इत्थे जो ये फोर्थ जो पार्ट है ये बाकी 3 पार्ट्स तो किवें डिफरेंट है। इत्थे अमाउंट की गल हो रही है, इत्थे नंबर ऑफ कोइंस की गल नहीं हो रही है। ज़रा ध्यान नाल नोटिस करना, पहले ਜਿਹੜੇ ਅਸੀਂ 3 ਪਾਰਟਸ ਕੀਤੇ हैं, पहले पार्ट ਦੇ ਵਿੱਚ ਵੀ ਅਸੀਂ ਕੋਇਨਸ ਹੀ ਕਾਊਂਟ ਕੀਤੇ हैं, ਬਸ ਅਸੀਂ ਉਹ ਫ੍ਰੈਕਸ਼ਨ ਦੇ ਵਿੱਚ ਕਾਊਂਟ ਕੀਤੇ ਸੀ। ਤੇ ਬਾਕੀ ਦੇ ਜਿਹੜਾ ਸੈਕਿੰਡ ਤੇ ਥਰਡ ਜੋ ਪਾਰਟ ਅਸੀਂ ਕੀਤਾ ਹੈ ਉਸ ਦੇ ਵਿੱਚ ਅਸੀਂ 2 ਰੁਪੀਜ਼ ਤੇ 5 ਰੁਪੀਜ਼ ਦੇ ਜੋ ਨੰਬਰ ਆਫ ਕੋਇਨਸ ਹੈ ਉਹ ਜੋ ਹੈ फाइंड आउट ਕੀਤੇ हैं, यानी कि ਕੱਢੇ हैं। ਹੁਣ ਜੋ फोर्थ पार्ट है ये डिफरेंट किवें है पहले 3 पार्ट्स तो, ਇੱਥੇ अमाउंट ਦੀ ਗੱਲ ਹੋ ਰਹੀ है, यानी कि ਸਾਨੂੰ जो ਸਿੱਕਿਆਂ ਦਾ जो ਵੈਲਿਊ ਹੈ, यानी कि जो ਮਨੀ ਜੋ ਉਹਨਾਂ ਸਿੱਕਿਆਂ ਤੋਂ ਕੈਲਕੂਲੇਟ ਹੋਏਗੀ ਉਹ ਦੱਸਣੀ ਹੈ। ਅਮਾਊਂਟ ਦਾ ਮੀਨਿੰਗ ਕੀ ਹੁੰਦਾ ਹੈ ਕਿ ਸਾਨੂੰ ਰੁਪੀਜ਼ ਦੇ ਵਿੱਚ ਆਨਸਰ ਦੇਣਾ ਹੈ। ਅਮਾਊਂਟ ਤੋਂ ਭਾਵ ਕੀ ਹੈ, ਮਨੀ ਅਸੀਂ ਕਿੱਦਾਂ ਜੋ ਹੈ ਮਤਲਬ ਕਿਸ ਯੂਨਿਟ ਦੇ ਵਿੱਚ ਰਿਪਰੈਜ਼ੈਂਟ ਕਰਦੇ ਹਾਂ, ਰੁਪੀਜ਼ ਦੇ ਵਿੱਚ। ਇੰਡੀਆ ਦੇ ਵਿੱਚ ਮਨੀ ਜੋ ਹੈ ਉਹ ਰੁਪੀਜ਼ ਦੇ ਵਿੱਚ ਰਿਪਰੈਜ਼ੈਂਟ ਕੀਤੀ ਜਾਂਦੀ ਹੈ। इट मीनस कि साडा आंसर रुपीज़ वाला होने वाला है। तो हुण इत्थे किहड़ी मतलब जो है मनी की गल हो रही है, ₹10 दे जो कोइंस हैं, 10 रुपये के जो सिक्के हैं, उन्हां सिक्कियां तो किन्नी जो है मतलब अमाउंट जो है किन्ना बन रहा है ये सानू जो है कैलकुलेट करना है, या किन्नी मनी जो है बन रही है 10 रुपये के सिक्कियां तो। हाँ जी, इसनू कैलकुलेट करन तो पहला सानू जो ये 10 रुपये वाले जो सिक्के हैं, यानी कि 10 रुपीज़ वाले जो कोइंस हैं उन्होंने काउंट करना पेगा। तो इन्हों काउंट करन दा यानी कि इन्हों जो है फाइंड आउट करन दा मैथड वही है जो असी 2 रुपीज़ और 5 रुपीज़ वास्ते अप्लाई किया है। देखो इस पाई चार्ट के विच येलो कलर वाला जो 1 जो पार्ट है, यानी कि जो एक हिस्सा है येलो रंग का, ठीक है, ये जो पीला रंग वाला जो हिस्सा है ये जो है 10 रुपये वाले जो कोइंस हैं, ठीक है, सिक्के हैं, यानी कि 10 रुपीज़ वाले कोइंस का एक येलो वाला एक ही पार्ट है, ठीक है। इट मीनस कि अगर असी पहला ये तुसी वेख सकते हो। हाँ जी, ज़रा ध्यान नाल इसनू जो है समझना। नंबर ऑफ ₹10 कोइंस,
ਪਹਿਲਾਂ ਅਸੀਂ 10 ਰੁਪਏ ਦੇ ਜੋ ਸਿੱਕੇ ਹੈ ਉਹਨਾਂ ਦਾ ਨੰਬਰ ਯਾਨੀ ਕਿ ਉਹ ਹੈ ਕਿੰਨੇ ਹੈ ਅਸੀਂ ਉਹ ਕੈਲਕੂਲੇਟ ਕਰਾਂਗੇ। ਤਾਂ ਉਸ ਨੂੰ ਕੈਲਕੂਲੇਟ ਕਰਨ ਦਾ ਮੈਥਡ ਉਹੀ ਹੈ ਜੋ ਅਸੀਂ 2 ਰੁਪੀਸ ਔਰ 5 ਰੁਪੀਸ ਦੇ ਕੋਇਨਸ ਨੂੰ ਕੈਲਕੂਲੇਟ ਕਰਨ ਦਾ ਅਪਲਾਈ ਕੀਤਾ ਸੀ। ਇਸ ਦੇ ਵਿੱਚ ਅਸੀਂ ਕਰਨਾ ਕੀ ਹੁੰਦਾ ਹੈ, ਨਿਊਮਰੇਟਰ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਮੈਂ ਲਿਖਿਆ ਹੈ 1। ਇਹ 1 ਕਿੱਥੋਂ ਆਇਆ ਹੈ? ਇਹ 1 ਜੋ ਪੀਲੇ ਵਾਲਾ ਹਿੱਸਾ ਸੀ ਪਾਈ ਚਾਰਟ ਦਾ ਜੋ ਕਿ ਸਿਰਫ ਇੱਕੋ ਹੀ ਸੀ, ਇਹ 1 ਉੱਥੋਂ ਦੀ ਆਇਆ ਹੈ ਕਿਉਂਕਿ ਉਹ ਯੈਲੋ ਵਾਲਾ ਜੋ ਪਾਰਟ ਸੀ ਉਹ 10 ਰੁਪੀਸ ਵਾਲੇ ਕੋਇਨਸ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ। ਤਾਂ 1 ਹੀ ਸੀ, ਇੱਕ ਹੀ ਸੀ, ਤਾਂ ਅਸੀਂ 1 ਯਾਨੀ ਕਿ ਇੱਕ ਹੀ ਲਿਖਿਆ ਹੈ। ਹਾਂਜੀ, ਡਿਨੋਮੀਨੇਟਰ ਦੇ ਵਿੱਚ ਮੈਂ ਲਿਖਿਆ ਹੈ 8 ਤੁਹਾਨੂੰ ਸਮਝ ਆ ਗਿਆ ਹੋਣਾ ਹੈ ਹਾਲੇ ਤੱਕ ਤਾਂ ਵੀ ਉਹ ਅਸੀਂ ਕਿੱਦਾਂ ਲਿਖ ਰਹੇ ਹਾਂ, ਜੋ 8 ਇਕੁਅਲ ਪਾਰਟਸ ਹੈ ਉਸ ਪਾਈ ਚਾਰਟ ਦੇ ਵਿੱਚ। ਮਲਟੀਪਲੀਕੇਸ਼ਨ ਦੇ ਵਿੱਚ 80 ਹੈ, 80 ਜੋ ਹੈ ਟੋਟਲ ਨੰਬਰ ਆਫ ਕੋਇਨਸ ਹੈ। ਹਾਂਜੀ, 80 ਨੂੰ 8 ਨਾਲ ਡਿਵਾਈਡ ਕਰਾਂਗੇ ਸਾਨੂੰ ਮਿਲੇਗਾ 10, 10 ਨੂੰ 1 ਨਾਲ ਮਲਟੀਪਲਾਈ ਕਰਾਂਗੇ ਸਾਨੂੰ ਮਿਲੇਗਾ 10। ਤਾਂ ਇਟ ਮੀਨਸ ਕਿ 10 ਰੁਪਏ ਵਾਲੇ ਜੋ ਸਿੱਕੇ हैं ਉਹਨਾਂ ਦਾ ਜੋ ਨੰਬਰ ਹੈ ਉਹ 10 ਹੈ, यानी कि 10 रुपीज़ वाले जो कोइंस हैं वो 10 ही है। 10 रुपए वाले 10 सिक्के हैं अजय ਦੇ ਪਿੱਗੀ ਬੈਂਕ ਦੇ ਵਿੱਚ। ਹੁਣ ਦੇਖੋ ਅਸੀਂ ਕਾਊਂਟ ਕਰਨਾ ਸੀ ਅਮਾਉਂਟ, ਹਾਲੇ ਸਾਡੇ ਕੋਲ ਜੋ ਹੈ ਨੰਬਰ ਆਫ ਕੋਇਨਸ ਆਏ ਹੈ। ਇੱਥੇ ਇਸ ਚੀਜ਼ ਨੂੰ ਜ਼ਰਾ ਧਿਆਨ ਨਾਲ ਸਮਝਣਾ, ਅਸੀਂ ਅਮਾਊਂਟ ਕੈਲਕੂਲੇਟ ਕਰਨਾ ਹੈ, ਅਸੀਂ ਮਨੀ ਕੈਲਕੂਲੇਟ ਕਰਨੀ ਹੈ ਵੀ ਇਹਨਾਂ ਸਿੱਕਿਆਂ ਦੀ ਵੈਲਿਊ ਕੀ ਹੈ। ਤਾਂ ਉਹਦੇ ਵਾਸਤੇ ਸਾਨੂੰ ਕੀ ਕਰਨਾ ਪਏਗਾ, ਅਗਰ ਅਮਾਊਂਟ ਯਾਨੀ ਕਿ ਮਨੀ ਅਸੀਂ ਫਾਈਂਡ ਆਊਟ ਕਰਨੀ ਹੈ ਇਹਨਾਂ 10 ਰੁਪਏ ਵਾਲੇ ਸਿੱਕਿਆਂ ਦੀ, ਦਾ ਅਮਾਊਂਟ ਆਫ ਕੋਇਨਸ ਆਫ ₹10 ਇਜ਼ ਇਕੁਅਲ ਟੂ, ਦੇਖੋ ₹10 ਜੋ ਹੈ ਇੱਕ ਸਿੱਕੇ ਦੀ ਵੈਲਿਊ ਹੈ। ਉਹਨਾਂ ਨੇ ਸਾਨੂੰ ਇਹ ਕਿਹਾ ਸੀ ਨਾ ਵੀ 10 ਰੁਪਏ ਵਾਲੇ ਜੋ ਜਿੰਨੇ ਵੀ ਕੋਇਨਸ ਹੈ ਉਹਨਾਂ ਤੋਂ ਕਿੰਨਾ ਅਮਾਊਂਟ ਜੋ ਹੈ ਮਤਲਬ ਪੈਦਾ ਹੋਇਆ ਹੈ ਜਾਂ ਕਿੰਨਾ ਅਮਾਊਂਟ ਜੋ ਹੈ ਬਣ ਰਿਹਾ ਹੈ ਉਹ ਸਾਨੂੰ ਜੋ ਹੈ ਕੈਲਕੂਲੇਟ ਕਰਨਾ ਹੈ। ਤਾਂ ਅਸੀਂ ਕੀ ਕਰਾਂਗੇ, ਇੱਕ ਜੋ ਸਿੱਕਾ ਹੈ ਇੱਕ ਸਿੱਕੇ ਦੀ ਵੈਲਿਊ ਕਿੰਨੀ ਹੈ 10 ਰੁਪਏ ਹੈ, ਅਤੇ ਜੋ ਨੰਬਰ ਆਫ ਕੋਇਨਸ ਹੈ ਇੱਦਾਂ ਦੇ ਯਾਨੀ ਕਿ 10 ਰੁਪਏ ਵਾਲੇ ਜਿੰਨੇ ਸਿੱਕੇ ਹੈ ਉਸ ਅਜੇ ਦੇ ਪਿੱਗੀ ਬੈਂਕ ਦੇ ਵਿੱਚ ਉਸ ਨਾਲ ਮਲਟੀਪਲਾਈ ਕਰ ਦਾਂਗੇ। ਇੱਕ ਵਾਰੀ ਜ਼ਰਾ ਧਿਆਨ ਨਾਲ ਸਮਝ ਲਓ, ਸਾਨੂੰ ₹10 ਦੇ ਯਾਨੀ ਕਿ 10 ਰੁਪਏ ਦੇ ਜੋ ਸਿੱਕੇ ਹੈ ਉਸ ਤੋਂ ਜੋ ਮਨੀ यानी कि जो पैसे जो बन रहे हैं उस अजय ਦੇ ਪਿੱਗੀ ਬੈਂਕ ਦੇ ਵਿੱਚ ਉਹ ਜੋ ਹੈ फाइंड आउट करने हैं, कैलकुलेट करने हैं। ਇਹਦੇ ਵਾਸਤੇ ਅਸੀਂ ਕੀ ਕਰਾਂਗੇ ਕਿ ਜੋ ਇੱਕ ਸਿੱਕੇ ਦੀ ਵੈਲਿਊ ਹੈ ਕਿੰਨੀ ਹੈ 10 ਰੁਪਏ ਹੈ, ਉਸ ਨੂੰ ਜੋ ਹੈ ਮਲਟੀਪਲਾਈ ਕਰਾਂਗੇ ਜਿੰਨੇ 10 ਰੁਪਏ ਦੇ ਸਿੱਕੇ ਹੈ। ਉਹ ਵੀ ਜੋ ਹੈ ਅਸੀਂ फाइंड आउट ਕਰਕੇ ਦੇਖ ਲਿਆ ਹੈ, 10 ਸਿੱਕੇ ਹੈ ਸਾਡੇ ਕੋਲ। ਤਾਂ ਇੱਕ ਸਿੱਕੇ ਦੀ ਵੈਲਿਊ 10 ਰੁਪਏ ਹੈ ਔਰ 10 ਇੱਦਾਂ ਦੇ ਸਿੱਕੇ ਹੈ। ਤਾਂ ਅਸੀਂ ਇਹਨਾਂ ਦੋਵਾਂ ਨੂੰ ਮਲਟੀਪਲਾਈ ਕਰ ਦਾਂਗੇ, ਸਾਨੂੰ ਆਂਸਰ ਮਿਲੇਗਾ ₹100 यानी कि 100 रुपये जो है 10 रुपये वाले जो सिक्के हैं ਉਹਨਾਂ ਤੋਂ ਅਮਾਊਂਟ ਜੋ ਹੈ ਜਨਰੇਟ ਹੋ ਰਿਹਾ ਹੈ ਉਸ ਅਜੇ ਦੇ ਪਿੱਗੀ ਬੈਂਕ ਦੇ ਵਿੱਚ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਦੇਖੋ ਇਹ ਜੋ ਹੈ ਨਾ ਇਹ ਵਾਲਾ ਜੋ ਮੈਂ ਹੁਣੇ ਜ਼ੂਮ ਕੀਤਾ ਹੈ, ਲਾਰਜ ਕੀਤਾ ਹੈ, ਇਸ ਦੇ ਵਿੱਚ ਜੋ ਪਹਿਲਾ ₹10 ਹੈ, ਜੋ ਪਹਿਲੇ ₹10 ਹੈ, ਇਹ ਇੱਕ ਸਿੱਕੇ ਦੀ ਵੈਲਿਊ ਹੈ। ਕਿਉਂਕਿ ਅਸੀਂ ਸਿਰਫ ਇੱਥੇ 10 ਰੁਪਏ ਵਾਲੇ ਸਿੱਕਿਆਂ ਦੀ ਗੱਲ ਕਰ ਰਹੇ ਹਾਂ ਤਾਂ ਇੱਕ ਸਿੱਕੇ ਦੀ ਵੈਲਿਊ 10 ਰੁਪਏ ਹੈ ਔਰ ਇੱਦਾਂ ਦੇ ਕਿੰਨੇ ਸਿੱਕੇ ਹੈ 10 ਰੁਪਏ ਵਾਲੇ 10 ਸਿੱਕੇ ਹੈ। ਤਾਂ ਅਸੀਂ ਇੱਕ ਸਿੱਕੇ ਦੀ ਵੈਲਿਊ ਜੋ ਕਿ 10 ਰੁਪਏ ਹੈ ਉਸ ਨੂੰ ਜੋ ਨੰਬਰ ਆਫ ਕੋਇਨਸ ਹੈ 10 ਰੁਪਏ ਵਾਲੇ ਉਹ ਵੀ ਜੋ ਹੈ 10 ਹੀ ਹੈ, ਠੀਕ ਹੈ। ਤਾਂ ਇਹਨਾਂ ਦੋਵਾਂ ਨੂੰ ਮਲਟੀਪਲਾਈ ਕਰਤਾ ਹੈ। ਅਗਰ ਅਸੀਂ ਟੋਟਲ ਨੰਬਰ ਆਫ ਕੋਇਨਸ ਨੂੰ ਇੱਕ ਕੋਇਨ ਦੀ ਜੋ ਕੀਮਤ ਹੈ ਉਸ ਦੇ ਨਾਲ ਮਲਟੀਪਲਾਈ ਕਰ ਦਾਂਗੇ ਤਾਂ ਜੋ ਟੋਟਲ ਨੰਬਰ ਆਫ ਕੋਇਨਸ ਹੈ, ਠੀਕ ਹੈ, ਉਹਨਾਂ ਦੀ ਵੈਲਿਊ ਜੋ ਹੈ ਉਹਨਾਂ ਦੀ ਜੋ ਕੀਮਤ ਹੈ ਉਹ ਸਾਡੇ ਕੋਲ ਨਿਕਲ ਕੇ ਆ ਜਾਏਗੀ। ਤਾਂ 10 ਰੁਪਏ ਵਾਲੇ ਜੋ ਸਿੱਕੇ ਹੈ ਉਹਨਾਂ ਦੀ ਜੋ ਕੁੱਲ ਜੋ ਵੈਲਿਊ ਹੈ ਜਾਂ ਕੁੱਲ ਜੋ ਅਮਾਊਂਟ ਹੈ ਉਹ ਹੈ ₹100। ਇਸ ਨੂੰ ਮੈਂ ਥੋੜ੍ਹਾ ਸਮਝਾਉਣ ਵਾਸਤੇ ਜ਼ਿਆਦਾ ਟਾਈਮ ਤਾਂ ਲਿਆ ਹੈ ਕਿਉਂਕਿ ਅੱਗੇ ਅਸੀਂ ਸਾਰੇ ਸਿੱਕਿਆਂ ਦੀ ਜੋ ਹੈ ਮਤਲਬ ਜੋ ਮਨੀ ਹੈ ਜਾਂ ਫਿਰ ਜੋ ਅਮਾਊਂਟ ਜੋ ਪ੍ਰੋਡਿਊਸ ਹੋਏਗਾ ਇਹਨਾਂ ਸਾਰੇ ਸਿੱਕਿਆਂ ਦਾ ਉਹ ਅਸੀਂ ਕੈਲਕੂਲੇਟ ਕਰਨਾ ਹੈ। ਤਾਂ ਫਿਰ ਉੱਥੇ ਵੀ ਜੋ ਹੈ ਅਸੀਂ ਇਹੀ ਚੀਜ਼ ਯੂਜ਼ ਕਰਾਂਗੇ। ਹਾਂਜੀ, 5th ਜੋ ਪਾਰਟ ਹੈ ਉਸ ਦੇ ਵਿੱਚ ਸਾਨੂੰ ਕਿਹਾ ਗਿਆ ਹੈ ਹਾਊ ਮਚ ਟੋਟਲ ਅਮਾਊਂਟ ਦੇਅਰ ਇਨ ਅਜੇਜ਼ ਪਿੱਗੀ ਬੈਂਕ, ਅਜੇ ਦੇ ਪਿੱਗੀ ਬੈਂਕ ਦੇ ਵਿੱਚ ਕਿੰਨਾ ਜੋ ਹੈ ਟੋਟਲ ਅਮਾਊਂਟ ਹੈ। ਦੇਖੋ ਹੁਣ ਸਾਨੂੰ ਸਾਰੇ ਸਿੱਕਿਆਂ ਤੋਂ ਜੋ ਅਮਾਊਂਟ ਜੋ ਜਨਰੇਟ ਹੋ ਰਿਹਾ ਹੈ ਉਹ ਕੈਲਕੂਲੇਟ ਕਰਨਾ ਹੈ।
ਤਾਂ ਸਾਨੂੰ ਹਰ ਇੱਕ ਸਿੱਕੇ ਤੋਂ ਯਾਨੀ ਕਿ ਦੇਖੋ ਕਿੰਨੇ ਜੋ ਹੈ ਕੋਇਨਸ ਹੈ, ਕਿੰਨੇ ਸਿੱਕੇ हैं देखो, एक तो 10 रुपये वाले सिक्के हैं, एक 2 रुपये वाले सिक्के हैं, एक 1 रुपये वाले सिक्के हैं, एक 5 हैं उस दे जो है सिक्के हैं। तो ₹10 वाले कोइंस, ₹1 वाले कोइंस, ₹2 वाले कोइंस, ₹5 वाले कोइंस, इन्ह सारे कोइंस तो जो अमाउंट जो मतलब निकल के आएगा, ठीक है, वो सानू जो है कैलकुलेट करके दसना है। इन्होंने सानू क्या है भी जो अजय दे पिग्गी बैंक के 80 सिक्के हैं, 80 जो कोइंस हैं, उन्होंने तो जो मनी जो कैलकुलेट होएगी, यानी कि अगर असी उन्होंने काउंट करना स्टार्ट करांगे तो कितनी मनी बनती है वो असी दसनी है। हाउ मच टोटल अमाउंट देयर इन अजय's पिग्गी बैंक, भी अजय दे पिग्गी बैंक के कितना जो है कुल पैसा है, ठीक है। उहदे वास्ते सानू करना की पेगा भी जिमें असी 10 रुपीज़ के कोइंस का अमाउंट कैलकुलेट किया है, जो एक सिक्का सी 10 रुपये का, उसनू जो है जो टोटल नंबर ऑफ कोइंस सी 10 रुपये वाले, इन्हां दे नाल जो है आपस दे विच मल्टीप्लाई किया सी असी, ठीक है, 10 रुपीज़ वाले कोइंस की वैल्यू कड्ढण वास्ते। तो हुण असी ये चीज़ सारे वास्ते करनी है, ₹1 वास्ते, ₹5 वास्ते, ₹2 वास्ते, तो ₹10 वास्ते असी पहले ही कर चुके हैं। हाँ जी, आंसर ए है, असी पहला नंबर ऑफ कोइंस कैलकुलेट करांगे तो फिर असी एक जो सिक्के की कीमत होएगी उस दे नाल नंबर ऑफ कोइंस नू मल्टीप्लाई कर देंगे। देखो नंबर ऑफ जो कोइंस हैं ये असी ₹2 वास्ते, ₹5 वास्ते, ₹10 वास्ते पहला ही ऊपर वाले जो पार्ट्स असी किते हैं उन्हां दे विच कैलकुलेट कर चुके हैं। ₹2 वाले साढ़े कोल 20 कोइंस सी, ₹5 वाले 30 कोइंस सी, ₹10 वाले साढ़े कोल जो है 10 कोइंस सी, ठीक है। तो इक्को ही रह गया है, वो है ₹1 वाले कोइंस। ₹1 वाले कोइंस नू असी किद्दां कैलकुलेट करना है वेख लो। हाँ जी, इस पाई चार्ट दे विच जो टोटल जो पार्ट्स हैं वो 8 हैं। इन्हां दे विचों जो ग्रीन कलर वाले जो 2 पार्ट्स हैं, जो 2 हिस्से हैं, वो ₹1 वाले कोइंस दे हैं। ₹1 वाले सिक्कियां दे 2 हिस्से हैं, ये हरे रंग वाले ग्रीन कलर वाले। तो असी हुण जदों नंबर ऑफ कोइंस कैलकुलेट करने हैं ₹1 वाले, हाँ जी, ये तुसी वेख सकते हो नंबर ऑफ ₹1 कोइंस। इहदे वास्ते असी की करना है, न्यूमरेटर दे विच जिहड़े वो 2 ग्रीन पार्ट्स हैगे सी, 2 हरे रंग वाले जो पार्ट्स हैगे सी, वो नंबर रखांगे 2, ठीक है, 2 डिवाइड दे विच 8, मल्टीप्लीकेशन दे विच जो टोटल नंबर ऑफ कोइंस है 80। तो 80 नू 8 नाल डिवाइड करांगे सानू मिलेगा 10, तो 10 नू 2 नाल मल्टीप्लाई करांगे सानू मिलेगा 20। इट मीनस कि ₹1 वाले जो कोइंस हैं वो है साढ़े कोल 20 या फिर 20। तो ये असी वेख सकते हाँ। देखो इत्थों दी थोड़ा जिहा अंदाजा ही मिल सकता है भी असी सही चल रहे हाँ, क्योंकि उन्होंने सानू की स्टेटमेंट दे विच दे रखा है भी जो टोटल नंबर ऑफ कोइंस हैं वो 80 हैं, यानी कि 80 हैं। तो असी जो ₹1 वाले कोइंस जो फाइंड आउट किए हैं, यानी कि कड्डे हैं, वो है 20, ठीक है। 20 सिक्के ए हो गए। ₹2 वाले जो कोइंस हैं वो हैं 20, 20 सिक्के ए हो गए, 20 + 20 हो गया 40। तो इस तो बाद ₹5 वाले जो कोइंस हैं, ₹5 वाले जो सिक्के हैं वो हैं 30, यानी कि 30, तो 40 ते 30 ये हो गया 70। तो इस तो बाद ₹10 वाले जो कोइंस हैं वो जो है 10 हैं, तो ये हो गया 10, तो 70 + 10 यानी कि 70 + 10 ये हो गया 80। इट मीनस कि जो उस अजय दे पिग्गी बैंक दे विच जो टोटल नंबर ऑफ कोइंस है 80, तो साढ़े भी जो कोइंस आए हैं, जो टोटल जो कोइंस आए हैं वो भी जो है 80 हैं। इट मीनस कि असी सही कर रहे हैं इस क्वेश्चन नू। हुण असी अपना अमाउंट देखना है भी इन्हां कोइंस का अमाउंट की है। हाँ जी, देखो जिवें साढ़े कोल सब तो पहला है ₹1 वाले कोइंस। ₹1 वाले कोइंस का जो असी अमाउंट कैलकुलेट करना है, मनी कैलकुलेट करनी है, तो उहदे वास्ते असी की करांगे, जो एक सिक्के की कीमत है, एक सिक्के की कीमत कितनी है, क्योंकि असी गल कर रहे हैं ₹1 वाले कोइंस की। इट मीनस कि एक सिक्के की जो कीमत है वो ₹1 है, एक रुपया है, ठीक है। मल्टीप्लीकेशन असी किहड़ा नंबर लिखना है जो उन्हां सिक्कियां दा है, यानी कि जिन्ने वो नंबर ऑफ कोइंस असी फाइंड आउट किए हैं। तो नंबर ऑफ ₹1 कोइंस किन्ने हैं 20 है, यानी कि 20 है।
ਤਾਂ ਇੱਕ ਸਿੱਕੇ ਦੀ ਕੀਮਤ ਦੇ ਨਾਲ ਅਸੀਂ ਜੋ ਹੈ ਟੋਟਲ ਨੰਬਰ ਆਫ ਕੋਇਨਸ ਨੂੰ जो है मल्टीप्लाई करना है। एक सिक्के की कीमत ₹1 है और ₹1 वाले जो है जो टोटल जो सिक्के हैं वो 20 हैं, तो इन्होंने मल्टीप्लाई करके सानू मिले ₹20 यानी कि 20 रुपये। इट मीनस कि ₹1 वाले कोइंस तो जो अमाउंट जो प्रोड्यूस हो रहा है वो है ₹20, यानी कि ₹1 वाले कोइंस की जो कीमत है उस पिगी बैंक ਦੇ ਵਿੱਚ ਉਹ जो है 20 रुपये है। हाँ जी, ਇੱਦਾਂ ਹੀ ਅਸੀਂ जो ₹2 वाले जो कोइंस हैं ਉਹਨਾਂ ਤੋਂ ਕੀ ਅਮਾਊਂਟ ਜੋ ਹੈ ਜਨਰੇਟ ਹੋ ਰਿਹਾ ਹੈ ਇਹ ਕੈਲਕੂਲੇਟ ਕਰਨਾ ਹੈ। ਤਾਂ ਇੱਕ ਸਿੱਕੇ ਦੀ ਕੀਮਤ ਕੀ ਹੈ ₹2 ਹੈ ਤੇ ₹2 ਵਾਲੇ ਜੋ ਟੋਟਲ ਜੋ ਸਿੱਕੇ ਹੈ ਉਹ ਕਿੰਨੇ ਹੈ ਉਹ ਵੀ ਜੋ ਹੈ 20 ਹੈ। ਤਾਂ ₹2 ਨੂੰ 20 ਨਾਲ ਮਲਟੀਪਲਾਈ ਕਰਾਂਗੇ ਸਾਨੂੰ ਮਿਲੇਗਾ ₹40, ਯਾਨੀ ਕਿ ₹2 ਵਾਲੇ ਜੋ ਸਿੱਕੇ ਹੈ ਸਾਰੇ, ਤਾਂ ਸਾਰੇ ₹2 ਵਾਲੇ ਸਿੱਕਿਆਂ ਤੋਂ ਜੋ ਅਮਾਊਂਟ ਜੋ ਪ੍ਰੋਡਿਊਸ ਹੋ ਰਿਹਾ ਹੈ ਉਹ ਹੈ ₹40 ਯਾਨੀ ਕਿ ₹40। हाँ जी, नैक्सट है जी अमाउंट ऑफ ₹5 कोइंस। हुन देखो एक सिक्के की कीमत कितनी, एक सिक्के की कीमत कितनी है ₹5 है, ₹5 है। तो इदा के किन्ने जो हैं कुल सिक्के हैं 30 सिक्के हैं। ठीक है, देखो ना असी कैलकुलेट कर रखा है, वेख सकते हो तुसी ₹5 वाले किन्ने कोइंस हैं 30 हैं। नंबर ऑफ ₹5 कोइंस 30। तो अगर असी ₹5 वाले जो कोइंस है उन्होंने अमाउंट कैलकुलेट करना है एक सिक्के की कीमत के नाल जो टोटल जो ₹5 के जो कोइंस हैं मल्टीप्लाई करांगे आंसर मिलेगा ₹150 यानी कि ₹150। इदा ही हुण असी ₹10 वाले जो कोइंस हैं उन्होंने अमाउंट कैलकुलेट करना है। एक सिक्के की कीमत है ₹10 तो मल्टीप्लाइड बाय 10। ये वैसे असी 4th पार्ट के पहला भी कर चुके हाँ, तो साडा आंसर आया सी ₹100। हाँ जी, हुण सानू जो है टोटल अमाउंट जो है अजय दे पिगी बैंक के दसना है भी अजय दे पिगी बैंक के जो टोटल जो अमाउंट है वो किन्ना है, यानी कि किन्ने जो है रुपए हैं, किन्ने जो है मतलब किन्नी मनी जो है अजय दे पिगी बैंक के अवेलेबल है। हाँ जी, ये वास्ते असी की करांगे जो असी ₹1 वाले जो कोइंस हैं, ₹2 वाले कोइंस हैं, ₹5 वाले जो कोइंस हैं, ₹10 वाले जो कोइंस हैं, इन्हों तो जो अमाउंट असी अलग अलग जो कड्डे हैं। ठीक है, ₹20 हो गया, ₹40 हो गया, ₹150 हो गया, ₹100 हो गया, इन्हों असी ऐड कर देंगे। टोटल अमाउंट इन अजय's पिगी बैंक इज इक्वल टू ₹20 प्लस ₹40 प्लस ₹150 प्लस ₹100। तो साढ़े को आंसर जो आया है वो है ₹310, यानी कि ₹310 हैं अजय दे पिगी बैंक के कुल जो रुपए हैं वो हैं ₹310, ₹310।